ਵਾਲੇਕੁਮ मैं ਮੁਹੰਮਦ ਇਰਫਾਨ ਸ਼ਾਕਰ ਤੇ ਤੁਸੀਂ ਦੇਖ ਰਹੇ ਹੋ ਸ਼ਾਕਰ ਕਿਸਾਨ ਟਿਪਸ ਚੈਨਲ। ਅੱਜ ਦੀ ਵੀਡੀਓ ਅਸੀਂ ਕਿੰਨੂ ਤੇ ਬਣਾਵਾਂਗੇ ਕਿ ਬਾਰਿਸ਼ਾਂ ਤੋਂ ਬਾਅਦ ਕਿੰਨੂ ਦੇ ਵਿੱਚ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਹੈ, ਅਸੀਂ ਆਪਣੇ ਪੌਦੇ ਨੂੰ ਆਪਣੇ ਫਲ ਨੂੰ ਅੱਛੇ ਤਰੀਕੇ ਨਾਲ ਲੱਗੇ ਕੈਸੇ ਲਿਜਾ ਸਕਦੇ ਹਾਂ ਔਰ ਇਹਦੇ ਉੱਤੇ ਅਸੀਂ ਕਿਹੜੇ ਕੈਮੀਕਲ ਦਾ ਇਸਤੇਮਾਲ ਕਰਾਂਗੇ ਜਿਹਦੇ ਵਿੱਚ ਸਾਨੂੰ ਉਹਨਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਹੁੰਦੀ ਹੈ ਕਿ ਮੇਰਾ ਚੈਨਲ ਸ਼ਾਕਰ ਕਿਸਾਨ ਟਿਪਸ ਚੈਨਲ ਤੁਹਾਡੇ ਵਾਸਤੇ ਹਮੇਸ਼ਾ ਇਨਫੋਰਮੇਸ਼ਨ ਟਾਈਪ ਵੀਡੀਓ ਲੈ ਕੇ ਆਉਂਦਾ ਹੈ ਤੇ ਮੇਰੇ ਚੈਨਲ ਨੂੰ ਨਵੇਂ ਆਉਣ ਵਾਲੇ ਦੋਸਤ ਜਿਹੜੇ ਇਹਨੂੰ ਸਬਸਕ੍ਰਾਈਬ ਕਰੋ ਤੋਂ ਪਹਿਲੇ ਸਾਥ ਜੁੜੇ ਦੋਸਤ ਆ ਉਹਨੂੰ ਅੱਗੇ ਸ਼ੇਅਰ ਕਿਆ ਕਰੋ ਦੋਸਤਾਂ ਤੱਕ ਗਰੁੱਪਾਂ ਵਿੱਚ ਤਾਂ ਕਿ ਸਾਰਿਆਂ ਵੀਰ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਉਹ ਇਸ ਫਾਇਦੇ ਤੋਂ ਆਪਣੀ ਫਸਲ ਦੇ ਵਿੱਚ ਬਿਹਤਰ ਇਕਦਾਮਾਤ ਕਰਕੇ ਅੱਛਾ ਮੁਨਾਫਾ ਲੈ ਸਕਣ। ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈ ਕਿ ਬਾਰਿਸ਼ੀ ਸਿਲਸਿਲਾ ਸ਼ੁਰੂ ਹੈ ਪੂਰੇ ਮੁਲਕ ਦੇ ਵਿੱਚ, ਜਿੱਥੇ ਜਿੱਥੇ ਕਿੰਨੂ ਦੇ ਬਾਗਾਤ ਨੇ ਉੱਥੇ ਵੀ ਬਾਰਿਸ਼ਾਂ ਹੋ ਰਹੀਆਂ ਨੇ ਔਰ ਪੂਰੇ ਪੰਜਾਬ ਵਿੱਚ ਇਸ ਟਾਈਮ ਜੁਲਾਈ ਦੇ ਮਹੀਨੇ 'ਚ ਮੁਸਲਾਧਾਰ ਬਾਰਿਸ਼ਾਂ ਦੱਸੀਆਂ ਗਈਆਂ ਔਰ ਇਹਦਾ ਨਿਸਫ ਜੁਲਾਈ ਹੋ ਚੁੱਕਿਆ। ਉਸ ਤੋਂ ਅੱਗੇ ਵੀ ਜਿਹੜੇ ਦਿਨ ਨੇ ਉਹਦੇ ਵਿੱਚ ਬਾਰਿਸ਼ਾਂ ਦੀ ਪੇਸ਼ਨਗੋਈ ਕਰ ਦਿੱਤੀ ਗਈ ਹੈ ਤੇ ਇਸ ਟਾਈਮ ਜਿਹੜੀ ਕਿੰਨੂ ਦੀ ਸੂਰਤ ਹਾਲ ਹੈ ਉਹ ਹੈ ਕਿ ਕਿੰਨੂ ਸਾਡਾ बढ़ोतरी तरफ जा रहा है, फल ने अपना साइज़ बढ़ाना है। ਇੱਥੇ 2-3 ਮਸਲੇ ਆਉਂਦੇ ਨੇ ਜਿਹਦੇ ਵਿੱਚ ਅਸੀਂ ਅਗਰ ਥੋੜ੍ਹੀ ਜਿਹੀ ਵੀ ਲਾਪਰਵਾਹੀ ਕਰ ਦਈਏ ਤੇ ਸਾਡਾ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਸਭ ਤੋਂ ਪਹਿਲਾ ਹੈ ਕਿ ਅਸੀਂ ਬਾਰਿਸ਼ੀ ਕੰਡੀਸ਼ਨ ਦੇ ਵਿੱਚ ਆਪਣੇ ਖੇਤਾਂ ਵਿੱਚ ਹੱਦ ਤੋਂ ਜ਼ਿਆਦਾ ਪਾਣੀ ਜਿਹੜਾ ਉਹਦੇ ਨਿਕਾਸ ਦਾ ਇੰਤਜ਼ਾਮ ਕਰਨਾ ਹੈ। ਉਹ ਜ਼ਿਆਦਾ ਪਾਣੀ ਤੁਹਾਡੇ ਪੌਦਿਆਂ ਦੇ ਕੋਲ ਨਾ ਠਹਿਰੇ ਜਿਹਦੀ ਵਜ੍ਹਾ ਨਾਲ ਜੜ੍ਹ ਦੇ ਪ੍ਰੋਬਲਮ ਆਉਂਦੇ ਨੇ ਔਰ ਪੌਦਾ ਤੁਹਾਡਾ ਮਰਨ ਦੇ ਚਾਂਸ ਵੱਧ ਜਾਂਦੇ ਨੇ। ਦੂਸਰਾ ਹੈ ਕਿ ਬਾਰਿਸ਼ ਤੋਂ ਬਾਅਦ ਜਿਹੜੇ ਮੇਨ ਪ੍ਰੋਬਲਮ ਇਸ ਕਿੰਨੂ ਦੀ ਫਸਲ ਤੇ ਆਉਂਦੇ ਨੇ ਉਸ ਤੋਂ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਉਹ ਹੈ ਸਿਟਰਸ ਕੈਂਕਰ। ਇਸ ਤਰੀਕੇ ਨਾਲ ਪੱਤੇ ਤੇ ਖੁਰਦਰਾ ਦਾਗ ਬਣਦਾ ਹੈ ਔਰ ਆਸਤਾ ਆਸਤਾ ਸ਼ਾਖ ਵਿੱਚ ਫਿਰ ਫਲਾਂ ਵਿੱਚ ਵੀ ਜ਼ਾਹਰ ਹੋ ਕੇ ਬਹੁਤ ਸਾਰੀ ਕੁਆਲਿਟੀ ਨੂੰ ਮੁਤਾਸਰ ਕਰਦਾ ਹੈ ਤਾਂ ਕਿ ਤੁਹਾਡਾ ਪੌਦਾ ਬਿਲਕੁਲ ਡੈਮੇਜ ਹੋ ਜਾਂਦਾ ਹੈ ਔਰ ਉਹਦੇ ਨਾਲ ਸਾਨੂੰ ਬਹੁਤ ਨੁਕਸਾਨ ਉਠਾਉਣਾ ਪੜਦਾ ਹੈ। ਉਸ ਤੋਂ ਬਾਅਦ ਟਾਹਣੀਆਂ ਦੇ ਵਿੱਚੋਂ ਗੂੰਦਾਂ ਨਿਕਲਣਾ, ਛੋਟੀਆਂ ਟਾਹਣੀਆਂ ਤੋਂ ਲੈ ਕੇ ਵੱਡੇ ਟਾਹਣਿਆਂ ਤੱਕ ਇਸ ਤਰੀਕੇ ਨਾਲ ਗਮੋਸਿਸ ਵੀ ਆ ਜਾਂਦੀ ਹੈ। ਇਹ ਜਿਹੜੇ ਮੈਂ ਤੁਹਾਨੂੰ ਨਿਸ਼ਾਨ ਦਿਖਾ ਰਿਹਾ ਇਹ ਗਮੋਸਿਸ ਵੀ ਸ਼ਕਲ ਇਖਤਿਆਰ ਹੁੰਦੀ ਹੈ ਔਰ ਉਸ ਦੇ ਨਾਲ ਨਾਲ ਛੋਟੀਆਂ ਸ਼ਾਖਾਂ ਜਿਹੜੀਆਂ ਮੁਖਤਲਿਫ ਜਗ੍ਹਾ ਤੋਂ ਇਸ ਤਰ੍ਹਾਂ ਸੁੱਕ ਜਾਂਦੀਆਂ ਨੇ। ਇਹ ਸੁੱਕੀਆਂ ਸ਼ਾਖਾਂ ਦੀ ਅਸਲ ਵਜ੍ਹਾ ਹੈ ਕਿ ਗੂੰਦ ਦਾ ਨਿਕਲਣਾ। ਇਹ ਦੋ ਬਿਮਾਰੀਆਂ ਤੇ ਤੀਸਰਾ ਮਸਲਾ ਹੈ ਸਾਡਾ ਫਰੂਟ ਫਲਾਈ ਦਾ। ਉਹ ਜੁਲਾਈ ਦੇ ਮਹੀਨੇ ਤੋਂ ਬਾਅਦ ਸਤੰਬਰ ਅਕਤੂਬਰ ਤੱਕ ਸਾਨੂੰ ਫਰੂਟ ਫਲਾਈ ਦੇ ਨਾਲ ਵੀ ਜੰਗ ਲੜਨੀ ਪਏਗੀ। ਉਹਦੇ ਵਿੱਚੋਂ ਅਸੀਂ ਆਪਣੇ ਫਲ ਨੂੰ ਬਚਾਉਣਾ ਹੈ ਫਰੂਟ ਫਲਾਈ ਤੋਂ, ਉਹ ਵੀ ਤੁਹਾਨੂੰ ਮੈਂ ਦੱਸ ਦਾਂਗਾ ਉਹਦੇ ਵਿੱਚ ਵਾਸਤੇ ਕਿਹੜਾ ਅਸੀਂ ਕੈਮੀਕਲ ਇਸਤੇਮਾਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਸਿਟਰਸ ਕੈਂਕਰ ਦੀ। ਸਿਟਰਸ ਕੈਂਕਰ ਜਿਹੜੀ ਇੱਕ ਮੂਜ਼ੀ ਮਰਜ਼ ਹੈ ਇਸ ਕਿੰਨੂ ਦੇ ਬਾਗ ਵਾਸਤੇ, ਕਿੰਨੂ ਦੇ ਪੌਦੇ ਵਾਸਤੇ, ਉਹਦੇ ਵਾਸਤੇ ਅਸੀਂ ਜਿਹੜਾ ਕੈਮੀਕਲ ਇਸਤੇਮਾਲ ਕਰਨਾ ਹੈ ਮੁਖਤਲਿਫ ਕੰਪਨੀਆਂ ਦੇ ਕੋਲ ਮਿਲ ਜਾਂਦਾ ਹੈ। ਕਾਸੂਕਾਮਾਈਸਿਨ ਜਿਹੜਾ ਅਰਿਸਟਾ ਕੰਪਨੀ ਕੋ ਕਾਸੋਬਿਨ ਦੇ ਨਾਮ ਤੇ ਹੈ ਔਰ ਬਹੁਤ ਸਾਰੀਆਂ ਕੰਪਨੀਆਂ ਕੋਲ ਕਾਸੂਕਾਮਾਈਸਿਨ ਦਾ ਜ਼ਹਿਰ ਮੁਖਤਲਿਫ ਬ੍ਰਾਂਡ ਨੇਮ ਤੋਂ ਮੌਜੂਦ ਹੈ। ਉਸ ਤੋਂ ਬਾਅਦ ਪੂਚਿੰਗ ਸਟਾਰ ਦੇ ਨਾਮ ਤੋਂ ਇੱਕ ਬ੍ਰਾਂਡ ਹੈ, ਬਹੁਤ ਸਾਰੀਆਂ ਕੰਪਨੀਆਂ ਨੇ ਲਾਂਚ ਕੀਤਾ ਹੈ ਜਿਹਦੇ ਵਿੱਚ ਕਾਸੂਕਾਮਾਈਸਿਨ ਪਲੱਸ ਕਾਪਰ ਆਕਸੀਕਲੋਰਾਈਡ ਹੁੰਦਾ ਹੈ। ਉਹਨੂੰ ਅਸੀਂ ਸਪਰੇਅ ਕਰਾਂਗੇ ਤੇ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ। ਬਲਕਿ ਅਗਰ ਰਿਪੀਟ ਕਰਕੇ ਅੱਛੇ ਤਰੀਕੇ ਨਾਲ ਅਸੀਂ ਬਾਗ ਨੂੰ ਸਪਰੇਅ ਕਰ ਦਿੰਦੇ ਹਾਂ ਤੇ ਬਹੁਤ ਸਾਰੀ ਬਿਮਾਰੀ ਹੱਲ ਹੋ ਜਾਂਦੀ ਹੈ। ਔਰ ਜਿਹੜਾ ਕਾਪਰ ਹੈ ਉਹ ਇੱਕ ਐਲੀਮੈਂਟ ਵੀ ਹੈ, ਸਾਡੇ ਪੌਦੇ ਨੂੰ ਜ਼ਰੂਰਤ ਹੁੰਦੀ ਹੈ, ਉਹ ਵੀ ਸਾਨੂੰ ਮਿਲ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਦੂਸਰੀ ਬਿਮਾਰੀ ਤੁਹਾਨੂੰ ਦੱਸੀ ਹੈ ਇਹ ਛੋਟੀਆਂ ਸ਼ਾਖਾਂ ਸੁੱਕਣੀਆਂ, ਉਸ ਤੋਂ ਬਾਅਦ ਬੜੇ ਟਾਹਣਿਆਂ ਤੇ ਗੂੰਦ ਦਾ ਬਹਿਣਾ, ਇਹ ਗਮੋਸਿਸ ਦੀ ਬਿਮਾਰੀ ਹੈ। ਇਹ ਵੀ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਸਾਡੇ ਪੌਦੇ ਨੂੰ ਮੁਕੰਮਲ ਤਬਾਹ ਕਰ ਦਿੰਦੀ ਹੈ, ਪੌਦੇ ਨੂੰ ਸੁਕਾ ਦਿੰਦੀ ਹੈ, ਮਰ ਜਾਂਦਾ ਸਾਡਾ ਪੌਦਾ। ਤੇ ਉਹਦੇ ਵਾਸਤੇ ਫੁਸਟੈਲ ਅਮੋਨੀਅਮ 1 ਤੋਂ 1.5 ਕਿਲੋ फी एकड़ फ्लड करो और 250 ग्राम 100 लीटर पानी ਵਿੱਚ ਪਾ ਕੇ ਉੱਪਰ ਸਪਰੇਅ ਵੀ ਕਰੋ। ਜਦੋਂ ਤੁਸੀਂ ਦੋਨਾਂ ਪਾਸੇ ਦਾ ਸ਼ਿਕਾਰ ਕਰੋਗੇ ਤਾਂ ਇਨਸ਼ਾਅੱਲਾ ਇਹ ਬਿਮਾਰੀ ਖਤਮ ਹੋ ਜਾਏਗੀ। ਇਹ ਇਕਦਾਮਾਤ ਬਾਰਿਸ਼ ਤੋਂ ਬਾਅਦ ਪਾਣੀ ਪੱਤੇ ਤੋਂ ਸੁੱਕਣ ਤੋਂ ਬਾਅਦ ਜ਼ਰੂਰ ਕਰੋ। ਉਸ ਤੋਂ ਬਾਅਦ ਬਾਰਿਸ਼ ਦਾ ਵਕਫਾ ਜ਼ਰੂਰ ਨੈੱਟ ਤੇ ਦੇਖੋ। ਇਸ ਟਾਈਮ ਹਰ ਇੱਕ ਦੇ ਕੋਲ ਨੈੱਟ ਦੀ ਸਹੂਲਤ ਮੌਜੂਦ ਹੈ ਔਰ ਇਸ 2 ਦਿਨ ਦੇ ਵਕਫੇ ਤੱਕ ਬਾਰਿਸ਼ ਨਾ ਅਗਰ ਹੋਵੇ ਤਾਂ ਸਾਨੂੰ ਅੱਛਾ ਕੰਟਰੋਲ ਮਿਲ ਸਕਦਾ ਹੈ। ਉਸ ਤੋਂ ਬਾਅਦ ਫਰੂਟ ਫਲਾਈ ਦੇ ਜਿਹੜੇ ਅਟੈਕ ਆਣੇ ਨੇ ਉਹ ਜੁਲਾਈ ਤੋਂ ਬਾਅਦ ਸਤੰਬਰ ਅਕਤੂਬਰ ਨਵੰਬਰ ਤੱਕ ਆਉਂਦੇ ਰਹਿਣੇ ਨੇ। ਉਹਦੇ ਵਾਸਤੇ ਕਲੋਥੀਆਡੀਨ ਪਲੱਸ ਸੈਪਰਮੈਥਰੀਨ, ਡੈਨਾਡੈਮ ਦੇ ਵਿੱਚ ਡਾਈਮੈਥੋਏਟ ਜ਼ਹਿਰ ਹੈ, ਉਹ ਡਾਈਮੈਥੋਏਟ ਤੁਸੀਂ ਵੈਸੇ ਵੀ ਕਿਸੇ ਕੰਪਨੀ ਦਾ ਲੈ ਸਕਦੇ ਹੋ, ਉਹ ਲਾਜ਼ਮੀ ਕਰੋ। ਡਿਪਟਰੈਕਸ ਵੈਸੇ ਵੀ ਘੱਟ ਮਿਲਦੀ ਹੈ ਬਲਕਿ ਬੰਦ ਹੋ ਗਈ ਬਹੁਤ ਸਾਰੀ ਜਗ੍ਹਾ ਤੇ। ਅਗਰ ਡਿਪਟਰੈਕਸ ਦਾ ਕਲੋਰੋਫਾਨ ਜ਼ਹਿਰ ਜਿਹੜਾ ਮਿਲ ਜਾਏ ਤਾਂ ਟਰਾਈਕਲੋਰੋਫਾਨ ਉਹ ਤੁਸੀਂ ਉਹ ਵੀ ਕਿਸੇ ਵੀ ਕੰਪਨੀ ਦਾ ਲੈ ਕੇ ਸਪਰੇਅ ਕਰ ਸਕਦੇ ਹੋ।
ਜਦੋਂ ਮੌਸਮ ਖੁਸ਼ਕ ਹੋ ਜਾਏ, ਬਾਰਿਸ਼ ਦਾ ਸਿਲਸਿਲਾ ਖਤਮ ਹੋ ਜਾਏ, ਫਿਰ ਕੋਈ ਵੀ ਜ਼ਹਿਰ ਅਗਰ ਤੁਸੀਂ ਕਰੋਗੇ ਫਰੂਟ ਫਲਾਈ ਦਾ ਤੇ ਉਹਦੇ ਵਿੱਚ ਇੱਕ ਡਰਮ ਦਾ ਜੋ ਤੁਸੀਂ ਮਹਿਲੂਲ ਬਣਾਓ ਤੇ ਵਿੱਚ 2 ਤੋਂ 2.5 ਕਿਲੋ ਸ਼ੀਰਾ ਜ਼ਰੂਰ ਪਾ ਲਓ, ਤਾਂ ਕਿ ਉਹ ਤੁਹਾਡੇ ਪੱਤਿਆਂ ਤੇ ਤੁਹਾਡੇ ਫਰੂਟ ਤੇ ਜ਼ਹਿਰ ਦਾ ਜਮਾ ਹੋ ਜਾਏ। ਜੋ ਹੀ ਫਰੂਟ ਫਲਾਈ ਉੱਤੇ ਆ ਕੇ ਬੈਠੇਗੀ ਮਰ ਜਾਏਗੀ। ਇਹ ਇੱਕ ਅੱਛਾ ਕੰਟਰੋਲ ਕਰਨ ਦਾ ਜ਼ਰੀਆ ਹੈ। ਇਸ ਤਰੀਕੇ ਨਾਲ ਤੁਸੀਂ ਇਕਦਾਮਾਤ ਅਪਣਾ ਕੇ ਆਪਣੇ ਬਾਗ ਨੂੰ ਤੰਦਰੁਸਤ, ਸਿਹਤਮੰਦ ਔਰ ਕੁਆਲਿਟੀ ਵਾਲਾ ਫਲ ਲੈ ਕੇ ਮਾਰਕੀਟ ਵਿੱਚ ਕਾਬਲ ਕਰ ਸਕਦੇ ਹੋ। ਅੱਜ ਦੀ ਵੀਡੀਓ ਇੱਥੇ ਤੱਕ ਮੈਂ ਖ਼ਤਮ ਕਰਦਾ। ਨੈਕਸਟ ਜੋ ਵੀ ਮਸਲੇ ਮਸਾਇਲ ਹੋਣਗੇ ਅਗਲੇ ਮਹੀਨੇ ਵਿੱਚ, ਅਗਲੇ ਹਫਤੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ, ਇਨਸ਼ਾਅੱਲਾ ਉਹਦੇ ਮੁਤਾਬਕ ਤੁਹਾਨੂੰ ਵੀਡੀਓ ਬਣਾ ਕੇ ਪੇਸ਼ ਕਰ ਦਿੱਤੀ ਜਾਏਗੀ। ਹੁਣ ਤੱਕ ਦੀ ਵੀਡੀਓ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਅਗਲੀ ਵੀਡੀਓ ਤੇ ਇੰਤਜ਼ਾਰ ਵਿੱਚ ਰਹੋ ਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।